ਸਤਿ ਸ਼੍ਰੀ ਅਕਾਲ ਜੀ। ਅਜੀਤ ਵੈਬ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਰਵਪਾਲ ਸਿੰਘ, ਕੈਨੇਡਾ ਦੇ ਸ਼ਹਿਰ ਵਿਨੀਪੈਗ ਤੋਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਸਾਲ ਵਿਨੀਪੈਗ ਵਿੱਚ ਸਤੰਬਰ ਮਹੀਨੇ ਦੇ ਪਹਿਲੇ ਐਤਵਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ। ਕੋਵਿਡ ਦੇ ਚੱਲਦਿਆਂ ਪਿਛਲੇ ਸਾਲ ਇਹ ਨਗਰ ਕੀਰਤਨ ਦਾ ਆਯੋਜਨ ਨਹੀਂ ਹੋ ਸਕਿਆ। ਸੋ ਇਸ ਸਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਤਾਂ ਗੁਰੂ ਘਰ ਦੀ ਜਿਹੜੀ ਨਵੀਂ ਬਣੀ ਇਮਾਰਤ ਆ ਉਸ ਦਾ ਉਦਘਾਟਨ ਕੀਤਾ ਗਿਆ ਅਤੇ ਦੂਸਰਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 417ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ ਸੀਗਾ। ਸਵੇਰ ਦੇ ਵੇਲੇ ਅੰਮ੍ਰਿਤ ਵੇਲੇ ਪਹਿਲੋਂ ਪ੍ਰਭਾਤ ਫੇਰੀ ਨਿਕਲੀ। ਗੱਤਕੇ ਵਾਲੇ ਵੀਰਾਂ ਵੱਲੋਂ ਗੱਤਕੇ ਦੇ ਜੋਰ ਦਿਖਾਏ ਗਏ। ਉਸ ਤੋਂ ਬਾਅਦ 9 ਵਜੇ ਤੋਂ ਲੈ ਕੇ ਤਕਰੀਬਨ ਦੁਪਹਿਰ ਦੇ 1 ਵਜੇ ਤੱਕ ਇਲਾਹੀ ਬਾਣੀ ਦੇ ਕੀਰਤਨ ਦਰਬਾਰ ਚੱਲੇ ਨੇ ਅਤੇ ਅਖੀਰ ਦੇ ਵਿੱਚ ਗੁਰੂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਡੇ ਨਾਲ ਨੇ, ਉਹਨਾਂ ਨੂੰ ਪੁੱਛਦੇ ਹਾਂ ਵੀ ਕੋਵਿਡ ਦੇ ਕਾਰਨ ਜਿਹੜਾ ਪਿਛਲੇ ਸਾਲ ਨਗਰ ਕੀਰਤਨ ਨਹੀਂ ਹੋ ਸਕਿਆ ਅਤੇ ਇਸ ਵਾਰੀ ਉਹਨਾਂ ਨੇ ਜਿਹੜਾ ਆਯੋਜਨ ਕੀਤਾ, ਉਪਰਾਲਾ ਕੀਤਾ ਅਤੇ ਨਾਲੇ ਉਹਨਾਂ ਤੋਂ ਬਿਲਡਿੰਗ ਦੇ ਜੋ ਨਵੀਂ ਇਸ ਇਮਾਰਤ ਬਣੀ ਹੈ ਉਸ ਦੇ ਬਾਰੇ ਜਾਣਕਾਰੀ ਲੈਂਦੇ ਹਾਂ। ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੇ ਅਤੇ ਸਾਡੇ ਨਾਲ ਨੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਉਹਨਾਂ ਤੋਂ ਪੁੱਛਦੇ ਹਾਂ, ਗੱਲ ਕਰਦੇ ਹਾਂ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਅਜੀਤ ਵੈਬ ਟੀਵੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਗੁਰੂ ਗ੍ਰੰਥ ਸਾਹਿਬ ਪਿਛਲੇ ਸਾਲ ਜਿੱਦਾਂ ਕੋਵਿਡ ਦੇ ਕਰਕੇ ਨਗਰ ਕੀਰਤਨ ਨਹੀਂ ਨਿਕਲ ਸਕਿਆ, ਅੱਜ ਤੁਸੀਂ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੇ ਵਿੱਚ ਪ੍ਰਵੇਸ਼ ਕੀਤਾ ਹੈ ਅਤੇ ਨਾਲੇ ਗੁਰੂ ਦਾ ਸਵੇਰ ਤੋਂ ਲੈ ਕੇ ਸਵੇਰੇ ਪ੍ਰਭਾਤ ਫੇਰੀ ਪਹਿਲੋਂ ਨਿਕਲੀ ਹੈਗੀ ਆ ਅਤੇ ਫਿਰ ਕੀਰਤਨ ਸਾਰਾ ਚੱਲਿਆ ਹੈਗਾ 9 ਤੋਂ 1 ਵਜੇ ਤੱਕ। ਕੀ ਕਹਿਣਾ ਚਾਹੋਗੇ ਤੁਸੀਂ ਸੰਗਤਾਂ ਨੂੰ? ਹਾਂਜੀ, ਅਸੀਂ ਸਾਰੀ ਸੰਗਤ ਨੂੰ ਜਿਹੜੇ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਨੇ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਸ ਦੀ ਲੱਖ ਲੱਖ ਵਧਾਈ ਹੋਵੇ ਜੀ। ਕੋਵਿਡ ਦੀਆਂ ਰਿਸਟ੍ਰਿਕਸ਼ਨਸ ਕਰਕੇ ਪਿਛਲੇ ਸਾਲ ਨਗਰ ਕੀਰਤਨ ਨਹੀਂ ਸੀ ਹੋਏ, ਇਸ ਲਈ ਇਸ ਸਾਲ ਵੀ ਨਗਰ ਕੀਰਤਨ ਦੀ ਸੰਭਾਵਨਾ ਨਹੀਂ ਸੀ ਕਿਉਂਕਿ ਸਾਡਾ ਵੱਧ ਤੋਂ ਵੱਧ ਇਕੱਠ ਸਿਰਫ 1500 ਦਾ ਹੋ ਸਕਦਾ ਸੀ ਜੀ। ਉਸ ਨੇ ਮੱਦੇ ਨਜ਼ਰ ਰੱਖਦੇ ਹੋਏ ਇਸ ਲਈ ਅੱਜ ਪ੍ਰਭਾਤ ਫੇਰੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਜੀ ਕਿ ਨਵੀਂ ਬਿਲਡਿੰਗ ਦਾ ਉਦਘਾਟਨ ਵੀ ਸੀਗਾ, ਪਰ ਪਹਿਲਾਂ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉਤਸਵ ਨੂੰ ਮਨਾਉਂਦੇ ਹੋਏ ਜੋ ਕਿ ਨਗਰ ਕੀਰਤਨ ਨਹੀਂ ਸੀ ਮਨਾ ਸਕਦੇ, ਇਸ ਲਈ ਪ੍ਰਭਾਤ ਫੇਰੀ ਦੇ ਰੂਪ ਵਿੱਚ ਹੀ ਗੁਰੂ ਸਿੱਖ ਸੁਸਾਇਟੀ ਦੀ ਗਰਾਊਂਡਸ 'ਤੇ ਇੱਕ ਪ੍ਰਭਾਤ ਫੇਰੀ ਦਾ ਪ੍ਰੋਗਰਾਮ ਕੀਤਾ ਗਿਆ। ਸੰਗਤ ਨੇ ਬੜੇ ਹੀ ਉਤਸ਼ਾਹ ਦੇ ਨਾਲ, ਚਾਅ ਦੇ ਨਾਲ ਉਹਦੇ ਵਿੱਚ ਭਾਗ ਲਿਆ ਜੀ। ਗੁਰੂ ਮਹਾਰਾਜ ਦੇ ਮਗਰ ਹੱਥ ਕਰਦੇ ਆ ਰਹੇ ਸੀਗੇ। ਤਾਂ ਜੀ ਇਹ ਬੜਾ ਸੋਹਣਾ ਉਪਰਾਲਾ ਹੋਇਆ। ਨਵੀਂ ਬਿਲਡਿੰਗ, ਕਿਉਂਕਿ ਸਾਡੀ ਨਵੀਂ ਬਿਲਡਿੰਗ ਹੁਣ ਸੰਗਤ 'ਚ ਵਾਧਾ ਹੋਣ ਕਰਕੇ ਸਾਡੀਆਂ ਲੋੜਾਂ ਵੀ ਜ਼ਿਆਦਾ ਹੋ ਗਈਆਂ ਸੀ ਕਿ ਇੱਕ ਤੋਂ ਵੱਧ ਪ੍ਰੋਗਰਾਮ ਨਹੀਂ ਸੀ ਹੋ ਸਕਦੇ। ਸਾਡੇ ਕਮਿਊਨਿਟੀ ਦੇ ਪ੍ਰੋਗਰਾਮ, ਸਾਡੀ ਲਾਇਬ੍ਰੇਰੀ, ਸਾਡੇ ਥੱਲੇ ਗੁਰੂ ਨਾਨਕ ਹੱਟ ਦੇ ਰੂਪ ਦੇ ਵਿੱਚ ਜਿਹੜੇ ਅੱਜ ਸਾਨੂੰ ਮਹਾਰਾਜ ਨੇ ਬਖਸ਼ੀ ਕੀਤੀ ਜਗ੍ਹਾ, ਉਹਨਾਂ ਦਾ ਬੜਾ ਬੜਾ ਧੰਨਵਾਦ ਹੈ ਜੀ। ਖਾਲਸਾ ਸਕੂਲ ਦਾ ਇੱਕ ਉਪਰਾਲਾ ਹੈ ਕਿ ਬੱਚੇ, ਸਾਡੀ ਨਵੀਂ ਪੀੜ੍ਹੀ ਨੂੰ ਗੁਰੂ ਸ਼ਬਦ ਨਾਲ ਜੋੜਿਆ ਜਾਵੇ। ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਜੀਵਨ ਜਾਂਚ ਦੱਸੀ ਹੈ, ਗੁਰੂ ਮਾਰਗ ਦੇ ਪਾਂਧੀ ਬਣਾਇਆ ਜਾਵੇ ਜੀ। ਹੁਣ ਯੋਗ ਅਸਥਾਨ ਬਣਨ ਦੇ ਨਾਲ ਸਾਨੂੰ ਉਹ ਚੀਜ਼ਾਂ ਕਰਨ ਵਾਸਤੇ ਬੜੀ ਸਹਾਇਤਾ ਹੋਏਗੀ ਜੀ। ਮੈਂ ਦੇਖ ਰਿਹਾ ਸੀਗਾ ਵੀ ਉੱਥੇ ਤੁਸੀਂ ਇੱਕ ਕਲਾਸਰੂਮ ਵੀ ਬੱਚਿਆਂ ਦੇ ਕੀਰਤਨ ਸਿੱਖਣ ਵਾਸਤੇ ਬਣਾਇਆ ਹੋਇਆ। ਮੈਂ ਹੁਣੇ ਦੇਖ ਕੇ ਆਇਆ ਹੈਗਾ। ਗੁਰਮਤਿ ਦੀ ਕਲਾਸ ਵਾਸਤੇ ਤੁਸੀਂ ਅਲੱਗ ਬਣਾਇਆ ਹੋਇਆ। ਲਾਇਬ੍ਰੇਰੀ ਮੇਰੇ ਖਿਆਲ ਨਾਲ ਨਵੀਂ ਬਣਾਈ ਹੈ ਜਾਂ ਐਕਸਟੈਂਡ ਕੀਤੀ ਹੈ? ਨਹੀਂ, ਲਾਇਬ੍ਰੇਰੀ ਨਵੀਂ ਨਹੀਂ ਬਣਾਈ ਵੀਰ ਜੀ, ਲਾਇਬ੍ਰੇਰੀ ਮੂਵ ਹੀ ਹੋਈ ਹੈ ਜੀ, ਹੈ ਨਾ, ਨਵੇਂ ਸਥਾਨ ਦੇ ਵਿੱਚ। ਕਿਉਂਕਿ ਸਾਡੇ ਥੱਲੇ ਲੰਗਰ ਹਾਲ ਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਸੀ ਕਿ ਸਾਡੀ ਸੰਗਤ ਦਾ ਵਾਧਾ ਕਰਕੇ ਲੰਗਰ ਹਾਲ ਸਾਨੂੰ ਜ਼ਿਆਦਾ ਵੱਡਾ ਚਾਹੀਦਾ ਸੀ ਜੀ। ਹੁਣ ਲਾਇਬ੍ਰੇਰੀ ਮੂਵ ਹੋਣ ਕਰਕੇ ਲੰਗਰ ਹਾਲ ਦੀ ਸਥਾਨ ਥੋੜ੍ਹਾ ਜ਼ਿਆਦਾ ਵੱਡਾ ਹੋ ਗਿਆ ਜੀ। ਪਰ ਜਿਹੜੀਆਂ ਸਾਡੀਆਂ ਕਲਾਸਿਸ ਜੀ, 4 ਕਲਾਸਿਸ ਨੇ। ਪਹਿਲੀ ਕਲਾਸ ਸਾਡੀ ਗੁਰਮੁਖੀ ਦੀ ਜੀ, ਕਿ ਕਿਉਂਕਿ ਸਾਡੇ ਬੱਚਿਆਂ ਨੂੰ ਜੇ ਗੁਰਮੁਖੀ ਨਹੀਂ ਆਏਗੀ ਤਾਂ ਗੁਰਬਾਣੀ ਦੇ ਪਾਂਧੀ ਨਹੀਂ ਬਣ ਸਕਦੇ ਜੀ, ਹੈ ਨਾ, ਉਹਨਾਂ ਨੂੰ ਸਮਝ ਨਹੀਂ ਲੱਗੇ ਜੀ। ਅਤੇ ਫਿਰ ਗੁਰਬਾਣੀ ਜੀ, ਗੁਰਬਾਣੀ ਦੇ ਨਾਲ ਬੱਚਿਆਂ ਨੂੰ ਉਹਨਾਂ ਨੂੰ ਅਰਥ ਕਰਕੇ ਵੀ ਸਮਝਾਇਆ ਜਾਂਦਾ ਕਿ ਗੁਰਬਾਣੀ ਦਾ ਅਸਲ 'ਚ ਕੀ ਏਮ ਹੈਗਾ, ਕਿ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ ਜੀ, ਹੈ ਨਾ। ਫਿਰ ਸਾਡੀ ਕੀਰਤਨ ਦੀਆਂ ਕਲਾਸਿਸ ਅਤੇ ਗੁਰਮਤਿ ਦੇ ਵਿੱਚ ਸਾਡੀ ਸਿੱਖ ਹਿਸਟਰੀ ਅਤੇ ਗੁਰੂ ਹਿਸਟਰੀ ਸਿਖਾਈ ਜਾਂਦੀ ਹੈ ਜੀ। ਅਤੇ ਇਹਨਾਂ ਕਲਾਸਾਂ ਵਾਸਤੇ ਤੁਸੀਂ ਕੋਈ ਸਪੈਸ਼ਲ ਟੀਚਰ ਵਗੈਰਾ ਅਪੁਆਇੰਟ ਕੀਤਾ ਹੈਗਾ ਜਾਂ ਵੀ ਕੋਈ ਕਮਿਊਨਿਟੀ ਦੇ ਵਿੱਚੋਂ ਹੀ ਸੇਵਾ ਕਰਦੇ ਨੇ? ਹਾਂਜੀ, ਨਹੀਂ ਵੀਰ ਜੀ, ਸਾਡੀ ਸਾਡੀ ਆਰਗੇਨਾਈਜੇਸ਼ਨ ਹੀ ਵਾਲੰਟੀਅਰ ਬੇਸ ਨੇ। ਸਾਡੇ ਇੱਧਰ ਭਾਈ ਸ਼ੇਰ ਸਿੰਘ ਜੀ ਖੜੇ ਨੇ ਜਿਹੜੇ ਕਿ 19 ਸਾਲ ਤੋਂ ਸਾਡੇ ਖਾਲਸਾ ਸਕੂਲ ਦੇ ਵਿੱਚ ਸੇਵਾ ਕਰ ਰਹੇ ਨੇ ਕੀਰਤਨ ਸਿਖਾਉਣ ਦੀ ਜੀ। ਅਤੇ ਸਾਡੇ ਗੁਰਬਾਣੀ ਵਾਲੇ ਟੀਚਰਸ, ਗੁਰਮੁਖੀ ਵਾਲੇ, ਗੁਰਮਤਿ ਵਾਲੇ ਸਾਰੇ ਵਾਲੰਟੀਅਰ ਬੇਸ ਨੇ। ਪਰ ਉਹੀ ਸਾਡੇ ਹੁਣ ਇੱਕ ਨਵੀਂ ਬੜੀ ਚੰਗੀ ਗੱਲ ਹੈ ਜੀ ਕਿ ਸਾਰੇ ਬੱਚੇ ਜਿਹੜੇ ਸਾਡੇ ਸਕੂਲ ਦੇ ਵਿੱਚੋਂ ਗ੍ਰੈਜੂਏਟ ਹੋਏ ਨੇ ਉਹੀ ਅੱਜ ਸਾਡੀ ਟੀਚਿੰਗ ਦੇ ਵਿੱਚ ਮਦਦ ਕਰ ਰਹੇ ਨੇ, ਹੈ ਨਾ। ਕਿ ਜਦੋਂ ਅਸੀਂ ਉਹਨਾਂ ਨੂੰ ਗਰੋ ਹੁੰਦੇ ਦੇਖਦੇ ਹਾਂ, ਕਿ ਉਹ ਸਿਧਾਂਤਾਂ 'ਤੇ ਚੱਲਦਿਆਂ ਨੂੰ ਦੇਖਦੇ ਹਾਂ, ਕਿ ਹੈ ਨਾ, ਅਤੇ ਬੜਾ ਚੰਗਾ ਲੱਗਦਾ ਜੀ, ਹੈ ਨਾ। ਕਿ ਅਸੀਂ ਵੰਡ ਛਕਣ ਦਾ ਸਿਧਾਂਤ ਕਹਿੰਦੇ ਹਾਂ ਕਿ ਵੰਡ ਛਕਣਾ ਸਾਡੇ ਮਹਾਰਾਜ ਨੇ ਕਿਹਾ ਕਿ ਖਾਓ ਖਰਚੋ ਰਲ ਮਿਲ ਭਾਈ ਤੋਟ ਨਾ ਹੋਵੇ ਵੱਧ ਹੋ ਜਾਏ ਜੀ, ਹੈ ਨਾ। ਕਿ ਜਦੋਂ ਗੁਰਬਾਣੀ ਦੀ ਗੱਲ 'ਤੇ ਗੁਰਬਾਣੀ ਦੇ ਸਿਧਾਂਤ 'ਤੇ ਤੁਰਦੇ ਨੇ ਬੱਚੇ ਵਾਲੰਟੀਅਰਲੀ, ਸਾਰੇ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਜੀ, ਹੈ ਨਾ। ਤਾਂ ਫਿਰ ਵੀ ਆਪਣਾ ਟਾਈਮ ਕੱਢ ਕੇ, ਬੜਾ ਟਾਈਮ ਕੱਢ ਕੇ ਜੀ ਸਾਰੇ ਸਕੂਲ ਨੂੰ ਹੁਣ
ਫਿਰ ਬੇਸ ਤੋਂ ਸ਼ੁਰੂ ਕੀਤਾ ਜੀ, ਹੈ ਨਾ। ਅਤੇ ਹੁਣ 1.5 ਸਾਲ ਹੋ ਗਏ ਸੀ ਕੋਵਿਡ ਕਰਕੇ ਸਕੂਲ ਬੰਦ ਪਏ ਸੀ ਜੀ। ਸੋ ਉਹਨਾਂ ਦਾ ਸਾਰੇ ਸਾਡੇ ਵਾਲੰਟੀਅਰਸ ਦਾ ਬਹੁਤ ਬਹੁਤ ਧੰਨਵਾਦ, ਸਾਡੇ ਟੀਚਰਸ ਦਾ ਜਿਹੜਾ ਆਪਣੇ ਸਮੇਂ 'ਚੋਂ ਕੱਢ ਕੇ ਪਰ ਇਹੀ ਸਮਾਂ ਹੈ ਜੀ ਜਿਹੜਾ ਸਫਲ ਹੋ ਰਿਹਾ ਹੈ ਬੱਚਿਆਂ ਦੀ ਸੇਵਾ ਦੇ ਵਿੱਚ ਜੀ। ਸਾਡੇ ਬੱਚੇ ਜੀ ਨਸ਼ਿਆਂ ਤੋਂ ਬਚ ਜਾਣ ਜੀ, ਹੈ ਨਾ, ਮਾੜੀਆਂ ਆਦਤਾਂ ਤੋਂ ਬਚ ਜਾਣ, ਅਤੇ ਅਸੀਂ ਕਹਾਂਗੇ ਕਿ ਸਾਡਾ ਜੀ ਜਿਹੜੀ ਸੇਵਾ ਸਫਲ ਹੋ ਗਈ। ਇਹੀ ਦਸਵੰਧ ਦੱਸ ਸਕਦੇ ਇਹੀ ਦਸਵੰਧ ਹੈ। ਹਾਂਜੀ ਭਗਵੰਤ ਸਿੰਘ ਜੀ, ਤੁਸੀਂ? ਹਾਂਜੀ, ਮੈਂ ਜਿਸ ਤਰ੍ਹਾਂ ਹੁਣੇ ਹੀ ਸਾਡੇ ਪ੍ਰੈਜ਼ੀਡੈਂਟ ਬੀਬਾ ਹਰਜਿੰਦਰ ਕੌਰ ਬਰਾੜ ਸਿੱਖ ਸੁਸਾਇਟੀ ਆਫ ਮੈਨੀਟੋਬਾ ਦੇ ਪ੍ਰਧਾਨ ਨੇ, ਇਹਨਾਂ ਨੇ ਜਾਣਕਾਰੀ ਦਿੱਤੀ ਹੈ। ਮੈਂ ਅੱਜ ਅਜੀਤ ਅਖਬਾਰ ਦੇ ਨੁਮਾਇੰਦਗੀ ਕਰ ਲਏ ਸਰਪਾਲ ਸਿੰਘ ਜੀ ਹੁਣਾਂ ਨੂੰ ਜੀਆਂ ਵੀ ਆਖਦਾ ਹਾਂ, ਨਾਲ ਅਸੀਂ ਧੰਨਵਾਦੀ ਹਾਂ ਕਿ ਸਾਨੂੰ ਤੁਸੀਂ ਮੌਕਾ ਦਿੱਤਾ ਇਹ ਜਾਣਕਾਰੀ ਸਾਂਝੀ ਕਰਨ ਲਈ। ਜਿਸ ਤਰ੍ਹਾਂ ਫਰਮਾਨ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਸਤਾਰੇ। ਗੁਰਬਾਣੀ ਨਿਰੰਕਾਰ ਦਾ ਸਰੂਪ ਹੈ। ਅੱਜ ਅਸੀਂ 417ਵਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਇਸ ਸਥਾਨ ਤੇ ਮਨਾ ਰਹੇ ਹਾਂ। ਆਪ ਸਾਰੇ ਹੀ ਸੰਗਤ ਵਧਾਈ ਦੇ ਪਾਤਰ ਹੋ। ਸੋ ਫਤਿਹ ਸਾਂਝੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡਾ ਜੋ ਗੁਰੂ ਘਰ ਹੈ ਸਿੱਖ ਸੁਸਾਇਟੀ ਆਫ ਮੈਨੀਟੋਬਾ, ਇਸ ਨੂੰ ਸਥਾਪਿਤ ਕੀਤੇ 52 ਸਾਲ ਹੋ ਗਏ ਹਨ। ਅਸੀਂ ਇਹਦੀ 50 ਸਾਲਾ ਐਨਵਰਸਰੀ ਵੀ ਇੱਥੇ ਮਨਾਈ ਸੀ। ਤੇ ਇਹ ਬੱਚਿਆਂ ਵਾਸਤੇ ਇੱਕੋ ਇੱਕ ਸਥਾਨ ਹੈ ਜਿੱਥੇ ਇਹ ਕੀਰਤਨ, ਗੁਰਮਤ ਅਤੇ ਗੁਰਬਾਣੀ ਪੰਜਾਬੀ ਜਿਹਦੀ ਕਿ ਸਾਨੂੰ ਅਤੀ ਲੋੜ ਹੈ। ਜਦ ਤੱਕ ਅਸੀਂ ਪੰਜਾਬੀ ਜਾਂ ਗੁਰਮੁਖੀ ਨਹੀਂ ਸਿੱਖਾਂਗੇ ਉਦੋਂ ਤੱਕ ਅਸੀਂ ਗੁਰਬਾਣੀ ਨੂੰ ਸਮਝ ਨਹੀਂ ਸਕਾਂਗੇ। ਸੋ ਇਹ ਬਹੁਤ ਵੱਡਾ ਸਾਡਾ ਸੰਗਤ ਦਾ ਸਹਿਯੋਗ ਨਾਲ ਉਪਰਾਲਾ ਸੀ ਜੋ ਪ੍ਰਬੰਧਕ ਕਮੇਟੀ ਵੱਲੋਂ ਇਹ ਕੀਤਾ ਗਿਆ ਹੈ। ਸੋ ਆਉਣ ਵਾਲੇ ਸਮੇਂ 'ਚ ਇਹ ਪੀੜ੍ਹੀ ਦਰ ਪੀੜ੍ਹੀ ਇਸ ਦਾ ਬੱਚਿਆਂ ਨੂੰ ਸਾਡੀ ਪਨੀਰੀ ਨੂੰ ਲਾਭ ਹੋਏਗਾ। ਇੱਕ ਚੀਜ਼ ਮੈਂ ਹੋਰ, ਜਿੱਦਾਂ ਹੁਣ ਕੋਵਿਡ ਦੀਆਂ ਰੈਸਟ੍ਰਿਕਸ਼ਨਾਂ ਸਿਟੀ ਆਪਣੇ ਜਿਹੜਾ ਸਿਟੀ ਵੱਲੋਂ ਕੋਈ ਪਰਮਿਸ਼ਨਾਂ ਵਗੈਰਾ ਤੁਹਾਨੂੰ ਐਕਸਟਰਾ ਲੈਣੀਆਂ ਪਈਆਂ, ਜਾਂ ਵੀ ਉਹਨਾਂ ਨੇ ਕੋਈ ਰੈਸਟ੍ਰਿਕਸ਼ਨ ਇੱਦਾਂ ਦੀਆਂ ਲਗਾਈਆਂ ਹੁਣ ਵੀ ਜਿਹਦੇ ਕਰਕੇ ਸੰਗਤ ਘੱਟ ਆਈ ਆ, ਜਾਂ ਸੰਗਤ ਦਾ ਕਿੱਦਾਂ ਦਾ ਤੁਹਾਨੂੰ? ਹਾਂਜੀ, ਸੰਗਤ ਹੁਣ ਕੋਵਿਡ ਪੈਂਡੈਮਿਕ ਚੱਲਦਾ ਹੋਣ ਕਰਕੇ ਜੀ ਸਾਨੂੰ ਉਹਨਾਂ ਦੀਆਂ ਜਿੰਨੀਆਂ ਵੀ ਹਦਾਇਤਾਂ ਮੰਨਣੀਆਂ ਪੈਂਦੀਆਂ ਜੀ। ਹੁਣ ਸੰਗਤ ਦਾ ਫਲੋ, ਸੰਗਤ ਥੋੜ੍ਹੀ ਦੇਰ ਬੈਠਦੀ ਹੈ, ਪਹਿਲਾਂ ਸੰਗਤ ਬਹੁਤੀ ਦੇਰ ਬੈਠ ਕੇ ਮਹਾਰਾਜ ਜੀ ਦੀ ਸੰਗਤ ਦਾ ਲਾਹਾ ਪ੍ਰਾਪਤ ਕਰ ਸਕਦੀ ਸੀ। ਹੁਣ ਸੰਗਤ ਮਾਸਕ ਪਾ ਕੇ ਆਉਣੇ ਪੈਂਦੇ ਜੀ, ਹੈਂਡ ਹਾਈਜੀਨ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਜੀ। ਸਾਡਾ ਲੰਗਰ ਹਾਲ ਵੀ ਇਸੇ ਕਰਕੇ ਖੁੱਲ੍ਹਿਆ ਨਹੀਂ ਹਜੇ, ਅਸੀਂ ਪੈਕੇਜ ਹੀ ਬਣਾ ਕੇ ਦਿੰਦੇ ਹਾਂ ਜੀ ਸੰਡੇ ਨੂੰ, ਹੈ ਨਾ ਜੀ। ਬਾਕੀ ਅੱਜ ਬਾਹਰ ਲੰਗਰ ਹਾਂਜੀ ਦਿੱਤਾ ਜਾ ਰਿਹਾ ਹੈ, ਖੁੱਲ੍ਹਾ ਲੰਗਰ ਬੰਦ ਹੈ ਜੀ। ਅਤੇ ਬੱਚਿਆਂ ਵਾਸਤੇ ਵੀ ਅਸੀਂ ਸੇਮ ਹੀ ਗਾਈਡਲਾਈਨਸ ਫੋਲੋ ਕਰ ਰਹੇ ਹਾਂ ਜੀ ਕਿ ਸਾਰੇ ਜਿੰਨੇ ਸਾਡੇ ਟੀਚਰ ਵਾਲੰਟੀਅਰ ਨੇ ਸਾਰੇ ਵੈਕਸੀਨੇਟਡ ਨੇ, ਅਸੀਂ ਉਹ ਪਹਿਲਾਂ ਦੇਖਿਆ ਜਾਂਦਾ ਜੀ। ਅਤੇ ਬੱਚਿਆਂ ਨੂੰ ਵੀ ਬੱਚੇ ਵੀ ਐਂਡ ਟੀਚਰਸ ਮਾਸਕ ਪਾ ਕੇ ਰੱਖਣਗੇ ਜੀ। ਹੈਂਡ ਹਾਈਜੀਨ ਦਾ ਪ੍ਰਬੰਧ ਕੀਤਾ ਜਾਵੇਗਾ। ਸਾਡੇ ਕਲਾਸਿਸ ਸਾਈਜ਼ ਵੀ ਛੋਟਾ ਕਰਨਾ ਪਿਆ ਸਾਨੂੰ ਜੀ। ਪਹਿਲਾਂ ਇੱਕ ਕਲਾਸ 'ਚ 50-50 60-60 ਬੱਚੇ ਸੀਗੇ, ਹੁਣ ਸਾਡੀ ਕਲਾਸ ਦਾ ਸਾਈਜ਼ ਵੀ 30 ਬੱਚਿਆਂ ਦਾ ਹੀ ਰੱਖਿਆ ਸੀ ਕਿ ਉਹ ਪ੍ਰੋਪਰ ਸੋਸ਼ਲ ਡਿਸਟੈਂਸਿੰਗ ਹੋ ਸਕੇ ਜੀ। ਹਾਂਜੀ, ਆਪਣੀ ਸ਼ੇਰ ਸਿੰਘ, ਤੁਸੀਂ ਜਿੱਦਾਂ ਦੱਸ ਰਹੇ ਆ ਵੀ 17 ਸਾਲ ਤੁਹਾਨੂੰ ਹੋ ਗਏ ਇੱਥੇ ਸੇਵਾ ਕਰਦਿਆਂ ਨੂੰ, ਗੁਰਬਾਣੀ ਦੀਆਂ ਕਲਾਸਾਂ ਬੱਚਿਆਂ ਨੂੰ ਸਿਖਾਉਂਦੇ, ਕਿਸ ਤਰ੍ਹਾਂ ਦਾ ਬੱਚਿਆਂ ਦਾ ਰਿਸਪੌਂਸ ਰਹਿੰਦਾ ਜਦੋਂ ਨਵੇਂ ਬੱਚੇ ਆਉਂਦੇ? ਕਿੰਨਾ ਕੁ ਉਤਸ਼ਾਹ ਹੁੰਦਾ, ਜਾਂ ਪੇਰੈਂਟਸ ਦਾ ਜ਼ਿਆਦਾ ਜ਼ੋਰ ਲੱਗਾ ਹੁੰਦਾ ਉਹਨਾਂ ਨੂੰ ਗੁਰਬਾਣੀ ਸਿਖਾਉਣ ਲਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਨਵੇਂ ਬੱਚੇ ਆਉਂਦੇ ਆ, ਕਈ ਤਾਂ ਬਹੁਤ ਜ਼ਿਆਦਾ ਉਤਸ਼ਾਹ ਨਾਲ ਆਉਂਦੇ ਆ ਸਪੈਸ਼ਲੀ ਕੀਰਤਨ ਸਿੱਖਣ ਦੇ ਲਈ, ਅਤੇ ਕਈ ਹੁੰਦੇ ਜਿਹੜੇ ਪੇਰੈਂਟਸ ਉਹਨਾਂ ਨੂੰ ਲੈ ਕੇ ਵੀ ਆਉਂਦੇ ਆ। ਥੋੜ੍ਹਾ ਜਿਹਾ ਪੁਸ਼ ਵੀ ਕਰਨਾ ਪੈਂਦਾ ਕਈ ਵਾਰ ਬੱਚਿਆਂ ਨੂੰ, ਕਿਉਂਕਿ ਉਹਨਾਂ ਦਾ ਇਲੈਕਟ੍ਰੋਨਿਕ ਵੱਲ ਜ਼ਿਆਦਾ ਧਿਆਨ ਹੁੰਦਾ, ਗੇਮਾਂ ਵੱਲ ਧਿਆਨ ਹੁੰਦਾ, ਇਸ ਪਾਸੇ ਘੱਟ ਹੁੰਦਾ। ਅਤੇ ਸਾਡੀ ਵੀ ਇਹੀ ਸੋਚ ਹੈਗੀ ਆ। ਹਾਂਜੀ, ਮੇਰੇ ਪੁੱਛਣ ਦਾ ਕਾਰਨ ਹੀ ਇਹ ਸੀਗਾ। ਹਾਂਜੀ, ਅਸੀਂ ਵੈਸੇ ਤਾਂ ਮੈਂ ਪਿੱਛੋਂ PAU ਤੋਂ ਹੀ ਅਸੀਂ ਉੱਥੇ ਵੀ ਕੀਰਤਨ ਦੀਆਂ ਕਲਾਸਾਂ ਹੀ ਲਾਉਂਦੇ ਰਹੇ ਹਾਂ। ਇੱਥੇ ਆ ਕੇ ਵੀ ਇਹੀ ਸੇਵਾ ਮਹਾਰਾਜ ਨੇ ਲਈ ਆ। ਬਹੁਤ ਧੰਨਵਾਦ ਆ ਸਿੱਖ ਸੁਸਾਇਟੀ ਦਾ ਵੀ, ਕਿਉਂਕਿ ਇਹਨਾਂ ਸਹਿਯੋਗ ਨਾਲ ਹੀ ਸਾਰਾ ਕੁਛ ਚੱਲਦਾ, ਗੁਰਦੁਆਰੇ ਦੇ ਸਹਿਯੋਗ ਨਾਲ ਹੀ। ਅਤੇ ਖਾਲਸਾ ਸਕੂਲ ਅੱਜ ਮਹਾਰਾਜ ਨੇ ਬਖਸ਼ਿਆ ਸਾਨੂੰ, ਅਤੇ ਬਸ ਖੁਸ਼ੀ ਦੱਸ ਹੀ ਨਹੀਂ ਸਕਦੇ ਨੂੰ ਕਿੰਨੀ ਖੁਸ਼ੀ ਇਸ ਗੱਲ ਦੀ ਸਾਨੂੰ, ਕਿਉਂਕਿ ਸਾਨੂੰ ਬਹੁਤ ਔਖਾ ਸੀ ਇੱਥੇ ਬਿਲਡਿੰਗ ਦੇ ਵਿੱਚ, ਕੋਈ ਕਲਾਸ ਕਿੱਥੇ ਲਾ ਰਹੇ ਸੀ, ਕੋਈ ਕਿੱਥੇ ਲਾ ਰਹੇ ਸੀ। ਅਤੇ ਕਮੇਟੀ ਦਾ ਇਸ 'ਚ ਬਹੁਤ ਸਹਿਯੋਗ ਹੈਗਾ, ਸੰਗਤਾਂ ਨੇ ਸਹਿਯੋਗ ਕਰਕੇ ਇਹ ਸਾਰਾ ਕੀਤਾ, ਅਤੇ ਬਹੁਤ ਧੰਨਵਾਦ ਆ ਤੁਹਾਡਾ ਵੀ, ਬਹੁਤ ਧੰਨਵਾਦ ਤੁਸੀਂ ਆ ਕੇ ਸਾਨੂੰ। ਸੋ ਇਹ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਅਤੇ ਸੈਕਟਰੀ ਸਾਹਿਬ ਦੇ ਨਾਲ ਸ਼ੇਰ ਸਿੰਘ ਜੀ, ਜਿਹੜੇ ਵੀ ਕੀਰਤਨ ਦੀਆਂ ਕਲਾਸਾਂ ਲਗਾਉਂਦੇ ਨੇ। ਇਹਨਾਂ ਨੇ ਦੱਸਿਆ ਵੀ ਆਪਣੀ ਜਿਸ ਤਰ੍ਹਾਂ ਨਵੀਂ ਬਿਲਡਿੰਗ ਦੀ ਉਸਾਰੀ ਹੋਈ ਹੈ, ਵਿੱਚ ਲਾਇਬ੍ਰੇਰੀ ਵੀ ਬਣਾਈ ਗਈ, ਵੱਡੀ ਐਕਸਟੈਂਡ ਕੀਤੀ ਗਈ ਆ, ਅਤੇ ਬੱਚਿਆਂ ਦੀ ਕਲਾਸਾਂ, ਕੀਰਤਨ ਦੀਆਂ ਕਲਾਸਾਂ ਵਾਸਤੇ ਤਾਂ ਗੁਰਮਤਿ ਦੀਆਂ ਕਲਾਸਾਂ ਵਾਸਤੇ, ਪੰਜਾਬੀ ਦੀਆਂ ਕਲਾਸਾਂ ਵਾਸਤੇ ਅਲੱਗ-ਅਲੱਗ ਕਲਾਸਰੂਮ ਬਣਾਏ ਗਏ ਆ। ਹਾਲ ਛੋਟਾ ਪੈ ਰਿਹਾ ਸੀਗਾ, ਉਹਦੇ ਕਰਕੇ ਉਸ ਨੂੰ ਐਕਸਟੈਂਡ ਕੀਤਾ ਗਿਆ, ਵੱਡਾ ਕੀਤਾ ਗਿਆ ਆ। ਸੋ ਅਖੀਰ ਦੇ ਵਿੱਚ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਤੋਂ ਹੀ ਗੁਰੂ ਘਰ ਦੇ ਵਿੱਚ ਸੰਗਤਾਂ ਦਾ ਭਾਰੀ ਇਕੱਠ ਹੋ ਰਿਹਾ ਹੈ। ਸੰਗਤਾਂ ਗੁਰੂ ਦੇ ਦਰਸ਼ਨ ਕਰਕੇ ਆ ਰਹੀਆਂ ਨੇ। ਸਰਦਾਰ ਬਿਕਰਮਜੀਤ ਸਿੰਘ ਜੀ, ਤੁਸੀਂ ਅੱਜ ਆਏ ਹੈ ਗੁਰੂ ਘਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਕੀ ਕਹਿਣਾ ਚਾਹੋਗੇ ਸਰ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਪਾਲ ਜੀ, ਸਭ ਤੋਂ ਪਹਿਲਾਂ ਤਾਂ ਅੱਜ ਵਧਾਈ ਹੋਵੇ ਸਿੱਖ ਸੁਸਾਇਟੀ ਮੈਨੀਟੋਬਾ ਨੇ ਜਿਹੜਾ ਆਰਗੇਨਾਈਜ਼ ਕੀਤਾ 417ਵਾਂ। ਇਹ ਉਸ ਤਰ੍ਹਾਂ ਦਾ ਤਾਂ ਨਹੀਂ ਹੋਇਆ, ਪਰ ਫਿਰ ਵੀ ਸੰਗਤਾਂ ਦਾ ਬੜਾ ਵੱਡਾ ਹਜੂਮ ਇੱਥੇ ਜਿਹੜਾ ਆਇਆ ਅੱਜ, ਕਿਉਂਕਿ ਇਹ ਕੋਵਿਡ ਤੋਂ ਬਾਅਦ ਜਿਹੜਾ ਇਹ ਇੱਕ ਬ੍ਰੇਕ ਲੱਗੀ ਸੀ, ਉਹਦੇ ਵਿੱਚ ਅੱਜ ਇਹਨਾਂ ਨੇ ਸੰਗਤਾਂ ਨੇ ਉਤਸ਼ਾਹ ਦਿਖਾਇਆ ਔਰ ਸੰਗਤਾਂ ਵੀ ਚਾਹੁੰਦੀਆਂ ਸੀ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਪਰ ਸ਼ਾਰਟ ਰੱਖਿਆ, ਪਰ ਫਿਰ ਵੀ ਸੰਗਤਾਂ ਦਾ ਬੜਾ ਇੱਕ ਵੱਡਾ ਹਜੂਮ ਹੈ ਔਰ ਸਿੱਖ ਸੁਸਾਇਟੀ ਔਰ ਗੁਰਦੁਆਰਾ ਮੈਨੇਜਮੈਂਟ ਨੂੰ ਇਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੰਨਾ ਵੱਡਾ ਪ੍ਰੋਗਰਾਮ ਕਰਕੇ ਲੰਗਰ ਦਾ ਪ੍ਰੋਗਰਾਮ ਔਰ ਸੰਗਤਾਂ ਬਹੁਤ ਵੱਡੇ ਹਜੂਮ ਦੇ ਵਿੱਚ ਇੱਥੇ ਆਈਆਂ ਨੇ ਔਰ ਸਭ ਦਾ ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਸ਼੍ਰੀ ਸਰਦਾਰ ਭਗਵੰਤ ਸਿੰਘ ਜੀ। ਭਗਵੰਤ ਸਿੰਘ ਜੀ, ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਸਰਪਾਲ ਸਿੰਘ ਜੀ ਬਹੁਤ ਬਹੁਤ ਵਧਾਈਆਂ, ਤੇ ਨਾਲ ਹੀ ਤੁਸੀਂ ਜੇ ਅਜੀਤ ਅਖਬਾਰ ਦੀ ਰਿਪਰੈਜ਼ੈਂਟ ਕਰ ਰਹੇ ਹੋ ਨੁਮਾਇੰਦਗੀ, ਉਹਦੇ ਲਈ ਵੀ ਅਸੀਂ ਤੁਹਾਨੂੰ ਜੀ ਆਇਆਂ ਵੀ ਕਹਿੰਦੇ ਹਾਂ। ਤੇ ਅੱਜ 417ਵਾਂ ਪ੍ਰਕਾਸ਼ ਦਿਹਾੜਾ, ਗੁਰਬਾਣੀ ਜੋ ਨਿਰੰਕਾਰ ਸਰੂਪ ਹੈ ਉਹਦੇ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ ਸੀ। ਸੋ ਅੱਜ ਸੰਗਤਾਂ ਜੋ ਅੱਗੇ ਅਸੀਂ ਸਤੰਬਰ ਦੇ ਪਹਿਲੇ ਹਫ਼ਤੇ ਹਰ ਐਤਵਾਰ ਇਹ ਪਹਿਲਾ ਪ੍ਰਕਾਸ਼ ਜੋ ਦਰਬਾਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਕੀਤਾ ਗਿਆ ਸੀ, ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ ਗਿਆ ਸੀ, ਉਹੋ ਹੀ ਦਿਹਾੜੇ ਨੂੰ ਸਮਰਪਿਤ ਅੱਜ ਅਸੀਂ ਇਹ ਨਗਰ ਕੀਰਤਨ ਵਿਨੀਪੈਗ ਦੀਆਂ ਸੰਗਤਾਂ ਵੱਲੋਂ ਮਨਾ ਰਹੇ ਹਾਂ। ਠੀਕ ਹੈ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ। ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ।